ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਦੋਸਤੋ? ਤੇ ਅੱਜ ਆਪਾਂ ਦੋਵੇਂ ਲਾਲ ਲਾਲ ਬਣ ਗਏ ਹੈ। ਨਹੀਂ ਬਸ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ। ਕੀ ਹਾਲ ਚਾਲ ਹੈ ਦੋਸਤੋ ਤੁਹਾਡੇ ਸਾਰਿਆਂ ਦਾ? ਤੇ ਟਾਈਮ ਨਾ ਵੇਸਟ ਕਰਦੇ ਹੋਏ ਜਿਹੜਾ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ, ਮਹਿੰਗਾਈ ਦੀ ਮਾਰ ਤੋਂ ਕਿਵੇਂ ਬਚੀਏ। ਹਾਂਜੀ ਬਿਲਕੁਲ। ਤੇ ਉਹਦੇ ਕਿਹੜੇ ਸਾਧਨ ਨੇ, ਸਾਧਨਾਂ ਬਾਰੇ ਗੱਲ ਕਰਾਂਗੇ। ਮਹਿੰਗਾਈ ਬਾਰੇ ਤਾਂ ਚਲੋ ਗੱਲ ਕਰਨ ਦੀ ਲੋੜ ਨਹੀਂ। ਜਿਵੇਂ ਤੁਹਾਨੂੰ ਪਤਾ ਹੀ ਹੈ, ਸਪੈਕੂਲੇਸ਼ਨਸ ਆਰ ਰਾਈਫ ਕਿ ਸ਼ਾਇਦ ਮੇ ਵੀ ਲਾਕਡਾਊਨ ਦੁਬਾਰਾ ਲੱਗਣ ਦੇ ਅਸਾਰ ਹੋ ਸਕਦੇ ਨੇ, ਹਜੇ ਪੱਕਾ ਨਹੀਂ ਹੈ। ਅਤੇ ਜਦੋਂ ਲਾਕਡਾਊਨ ਹੁੰਦਾ ਬੜੇ ਬਿਜ਼ਨਸ ਛੋਟੇ ਬੰਦ ਹੋ ਜਾਂਦੇ ਨੇ, ਬੜੀਆਂ ਦੁਕਾਨਾਂ ਵੱਡੀਆਂ ਛੋਟੀਆਂ ਸਭ ਬੰਦ ਹੁੰਦੀਆਂ ਨੇ, ਅਤੇ ਆਪਾਂ ਸਾਧਨ ਲੱਭਦੇ ਹਾਂ। ਅਤੇ ਕਿਉਂਕਿ ਘਰ ਦੇ ਖਰਚੇ ਤਾਂ ਫਿਰ ਵੀ ਪੈਸੇ ਨਾਲ ਹੀ ਚੱਲਦੇ ਨੇ, ਛੋਟੇ ਛੋਟੇ ਨਿੱਕੀ ਨਿੱਕੀ ਚੀਜ਼ਾਂ ਹੈ ਨਾ, ਹਰ ਚੀਜ਼ ਮੁੱਲ ਦੀ। ਉਹ ਸ਼ਹਿਰਾਂ 'ਚ ਤਾਂ ਹੋਰ ਵੀ ਜ਼ਿਆਦਾ ਔਖਾ ਹੈ, ਜਿੱਥੇ ਦੁੱਧ ਵੀ ਦਾਣੇ ਵੀ ਸਾਰਾ ਕੁਛ ਹੀ ਹੈ ਨਾ। ਇੱਥੇ ਤਾਂ ਆਪਾਂ ਇਹ ਵੀ ਕਹਿ ਸਕਦੇ ਵੀ ਇੰਨੀ ਕੁ ਥਾਂ ਹੁੰਦੀ ਵੀ ਸਬਜ਼ੀ ਵੀ ਲਾ ਦੇ ਬੰਦਾ ਘਰ ਦੀ, ਹੈ ਨਾ। ਸੋ ਨਾ ਤਾਂ ਉਹੋ ਜਿਹੀ ਇੱਥੇ ਸਾਧਨ ਰਹੇ ਨੇ, ਜ਼ਮੀਨਾਂ ਨੇ ਲੋਕਾਂ ਕੋਲ, ਨਾ ਹੀ ਲਾਉਣ ਵਾਲਿਆਂ ਕੋਲ ਇੰਨਾ ਟਾਈਮ ਹੈ। ਹਰ ਬੰਦਾ ਨੌਕਰੀ ਪੇਸ਼ੇ ਵਾਲਾ ਆ, ਅਤੇ ਉੱਪਰੋਂ ਦੀ ਅੱਜ ਹਰੇਕ ਬੰਦੇ ਨੂੰ ਟੈਨਸ਼ਨਾਂ ਨੇ, ਹੈ ਨਾ। ਬੰਦਾ ਥੱਕਿਆ ਟੁੱਟਿਆ ਘਰੇ ਆਉਂਦਾ ਹੈ, ਸਵੇਰੇ ਫਿਰ ਜਾਣਾ ਹੁੰਦਾ ਹੈ, ਪ੍ਰਾਈਵੇਟ ਕੰਮ ਨੇ, ਪ੍ਰਾਈਵੇਟ ਕੰਪਨੀਜ਼ ਨੇ, ਅਤੇ ਬੜਾ ਔਖਾ ਹੋ ਜਾਂਦਾ ਹੈ। ਸੋ ਮੇਰਾ ਅੱਜ ਦਾ ਜਿਹੜਾ ਟੌਪਿਕ ਹੈ ਉਸ 'ਤੇ ਮੈਂ ਵੀ ਆਪਣੇ ਜੋ ਮੇਰੇ ਦਿਮਾਗ ਦੇ ਵਿੱਚ ਜੋ ਗੱਲਾਂ ਬਾਤਾਂ ਆਉਣਗੀਆਂ ਮੈਂ ਵੀ ਸ਼ੇਅਰ ਕਰਾਂਗਾ। ਤੁਸੀਂ ਕੀ ਸੋਚਦੇ ਹੋ ਵੀ ਕਿਹੋ ਜਿਹੇ ਚੈਲੰਜਸ ਜਿਹੜੇ ਆਮ ਲੋਕਾਂ ਨੂੰ ਆ ਰਹੇ ਨੇ ਮਹਿੰਗਾਈ ਕਰਕੇ, ਅਤੇ ਉਹਦੇ ਬਾਰੇ ਥੋੜ੍ਹਾ ਬਹੁਤਾ ਜਾਣਨਾ ਪਾਓ ਤੁਸੀਂ ਆਡੀਅנס ਨੂੰ। ਬਸ ਬੇਟਾ ਜੀ, ਮੇਰਾ ਤਾਂ ਇਹੀ ਹੈ, ਜੋ ਅਸੀਂ ਸਿਆਣੀ ਏਜ ਵਾਲੀ ਜਿਹੜੀ ਸਾਨੂੰ ਇਹੀ ਹੈ ਵੀ ਪਹਿਲਾਂ ਅਸੀਂ ਖੁਦ ਆਪ ਸੁਧਰੀਏ ਵੀ ਆਪਾਂ ਨੇ ਕੀ ਖਰਚਾ ਜਿਹੜਾ ਜ਼ਰੂਰਤ ਵਾਲਾ ਉਹੀ ਕਰਨਾ ਹੈ ਅਤੇ ਨਜਾਇਜ਼ ਨਹੀਂ ਕਰਨਾ। ਜੇ ਅਸੀਂ ਖੁਦ ਹੀ ਆਪ ਨਹੀਂ ਚੱਲਾਂਗੇ ਅਤੇ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਨੂੰਹਾਂ ਨੂੰ, ਆਪਣੀਆਂ ਧੀਆਂ ਨੂੰ ਕਿਵੇਂ ਕਹਿ ਸਕਾਂਗੇ ਵੀ ਤੁਸੀਂ ਬੱਚਤ ਕੱਢੋ, ਤੁਸੀਂ ਇੱਦਾਂ ਨਾ ਕਰੋ, ਤੁਸੀਂ ਉੱਦਾਂ ਨਾ ਕਰੋ। ਪਹਿਲਾਂ ਸਾਨੂੰ ਸੁਧਰਨਾ ਪਏਗਾ। ਅਤੇ ਪਹਿਲੇ ਨੰਬਰ 'ਤੇ ਤਾਂ ਮੈਂ ਕੱਪੜੇ 'ਤੇ ਗੱਲ ਕਰਾਂਗੀ। ਜਿਹੜਾ ਕੱਪੜਾ ਹੈ, ਦੇਖੋ ਸਾਡੇ ਅਲਮਾਰੀਆਂ ਦੇ ਵਿੱਚ ਘੱਟੋ ਘੱਟ ਵੀ 20-30 ਸੂਟ ਪਏ ਹੁੰਦੇ ਨੇ। ਉਹ ਪਏ ਹੀ ਖਰਾਬ ਹੋ ਜਾਂਦੇ ਨੇ, ਵੱਡੇ ਛੋਟੇ ਵੀ ਹੋ ਜਾਂਦੇ ਨੇ, ਰਿਵਾਜ਼ ਵੀ ਉਹਨਾਂ ਦਾ ਬਦਲ ਜਾਂਦਾ ਹੈ। ਅਤੇ ਅੱਗੋਂ ਸਾਡੀ ਤਮੰਨਾ ਇਹ ਹੁੰਦੀ ਵੀ ਅਸੀਂ ਫੇਰ ਨਵੀਂ ਤੱਤ ਜਾਣਾ, ਸਾਨੂੰ ਹੋਰ ਹੋਵੇ। ਘਰ ਦੇ ਸਾਡੇ ਕਈ ਵਾਰ ਹਾਲਾਤ ਕੁਛ ਇੱਦਾਂ ਦੇ ਟਾਈਟ ਹੋ ਜਾਂਦੇ ਨੇ, ਅਤੇ ਸਾਨੂੰ ਇਹ ਵੀ ਹੁੰਦਾ ਹੈ ਵੀ ਖਰਚਾ ਵੀ ਘੱਟ ਹੋਵੇ ਤਾਂ ਅੰਦਰੋਂ ਮਨ ਵੀ ਫੁਟਕਦਾ ਵੀ ਸਾਨੂੰ ਸੂਟ 2-4 ਮਿਲ ਹੀ ਜਾਣ। ਹਾਲੇ ਕਿ ਉੱਥੇ ਅੱਜ ਕੱਲ੍ਹ ਜਿਹੜੇ ਵਿਆਹ ਨੇ, ਪਾਰਟੀਆਂ ਨੇ, ਉੱਥੇ ਇੱਕ ਦਿਨ ਤੋਂ ਵੱਧ ਨਹੀਂ ਲੱਗਦਾ। ਫਿਰ ਅਸੀਂ ਸਾਰੇ ਦਿਨ ਦੇ ਵਿੱਚ ਘੱਟੋ ਘੱਟ 3 ਸੂਟ ਬਦਲਦੇ ਹਾਂ। ਖਾਣੇ 'ਤੇ ਹੋਰ, ਚਾਹ 'ਤੇ ਹੋਰ, ਸ਼ਾਮ ਨੂੰ ਜਾਗੋ 'ਤੇ ਹੋਰ, ਵੀ ਕੱਪੜੇ ਬਦਲ 'ਤੇ ਸਾਰਾ ਸਮਾਂ ਬਰਬਾਦ ਕਰ ਦਿੰਦੇ ਅਸੀਂ। ਵਿਹਲੇ ਤਾਂ ਕੁਝ ਹੈ ਹੀ ਨਹੀਂ, ਹੈ ਨਾ। ਅਤੇ ਜਿੱਥੇ ਵਿਆਹ ਜਾਣਾ ਉੱਥੇ ਵੀ ਮਾਰ ਧਾੜ ਵੱਜੀ ਹੁੰਦੀ ਹੈ, ਅਤੇ ਇੰਨਾ ਜੋ ਵੀ ਖਾਣਾ ਪੀਣਾ ਕਿੰਨਾ ਕੁ ਪਊਗਾ ਉਸ ਪੇਟ ਦੇ ਵਿੱਚ, ਅਤੇ ਸਗੋਂ ਬਿਮਾਰ ਹੋ ਕੇ ਅਸੀਂ ਘਰ ਆ ਜਾਂਦੇ ਹੁੰਦੇ ਹਾਂ। ਕੋਈ ਕਿਸੇ ਨੂੰ ਵੇਖਦਾ ਨਹੀਂ, ਕਿਸੇ ਨੇ ਕੀ ਪਾਇਆ, ਕੋਈ ਨਿਗਾਹ ਮਾਰਦਾ ਵੀ ਨਹੀਂ ਹੈਗਾ। ਅਤੇ ਉਹ ਬਸ ਜੀ ਅਸੀਂ ਤਾਂ ਪਾ ਲਿਆ। ਅੱਗੋਂ ਕੋਈ ਹੋਰ 6 ਮਹੀਨੇ ਸਾਲ ਪਾਰਟੀ ਆ ਗਈ, ਫਿਰ ਸਾਡੇ ਹੋਰ ਉਹ ਸਾਡੀਆਂ ਅਲਮਾਰੀਆਂ ਵਿੱਚ ਨਾ ਕੱਪੜਾ ਟਿਕਦਾ ਨਹੀਂ। ਪਰ ਸਾਨੂੰ ਘਰਦਿਆਂ ਨੂੰ ਕਹਿੰਦੇ ਆ, ਹਾਏ ਸਾਡੇ ਕੋਲ ਤਾਂ ਜਗ੍ਹਾ ਨਹੀਂ ਹੈ, ਅਲਮਾਰੀ ਛੋਟੀ ਰਹਿ ਗਈ, ਸਾਨੂੰ ਹੋਰ ਲਿਆ ਕੇ ਦਿਓ, ਉਹ ਲਿਆਓ ਉਹ ਲਿਆਓ। ਅਤੇ ਇਸ ਕਰਕੇ ਮੈਨੂੰ ਤਾਂ ਬਿਲਕੁਲ ਹੀ ਇਹ ਕੰਮ ਬਹੁਤ ਫਜ਼ੂਲ ਲੱਗਦਾ ਹੈ। ਮੈਂ ਕਹਿੰਦੀ ਹਾਂ ਖਰਚਾ ਜ਼ਰੂਰ ਕਰੋ, ਪਰਿਵਾਰ 'ਤੇ ਕਰੋ। ਜੋ ਵੀ ਆਪਾਂ ਇਸ ਦੁਨੀਆ 'ਤੇ ਆਏ ਹਾਂ, ਵਧੀਆ ਖਾਓ, ਵਧੀਆ ਪਾਓ, ਪਰ ਕੰਟਰੋਲ ਦੇ ਵਿੱਚ ਰਹਿ ਕੇ ਕਰੋ। ਕੰਟਰੋਲ ਤੋਂ ਬਾਹਰ ਚੱਲੋਗੇ ਤੁਸੀਂ ਔਖੇ ਹੋ ਜਾਓਗੇ, ਤੁਹਾਨੂੰ ਮੁਸ਼ਕਲਾਂ ਬਹੁਤ ਆਉਣਗੀਆਂ। ਕਿ ਜੇ ਤੁਹਾਡਾ ਇੱਕ ਬੱਚਾ ਹੈ, ਚਾਹੇ ਤੁਹਾਡੇ 2 ਬੱਚੇ ਨੇ, ਤੁਹਾਨੂੰ ਉਹਨਾਂ ਦੀ ਪਾਲਣ ਪੋਸ਼ਣ ਕਰਨੀ ਬਹੁਤ ਔਖੀ ਹੋਊਗੀ। ਦੇਖੋ ਬੱਚੇ ਪੜ੍ਹਾਉਣੇ ਕਿੱਡੇ ਔਖੇ ਨੇ, ਸਕੂਲਾਂ ਦੀਆਂ ਫੀਸਾਂ ਨੇ, ਅੱਜ ਕੱਲ੍ਹ ਆਮਦਨਾਂ ਹੈ ਨਹੀਂ, ਬੇਰੁਜ਼ਗਾਰੀਆਂ ਨੇ, ਪ੍ਰਾਈਵੇਟ ਛੋਟੀਆਂ ਤੁਹਾਨੂੰ ਨੌਕਰੀਆਂ ਮਿਲੀਆਂ ਨੇ, 5 ਤੋਂ 10 ਹਜ਼ਾਰ ਵੱਧ ਤੁਹਾਨੂੰ ਕੋਈ ਦਿੰਦਾ ਨਹੀਂ ਹੈਗਾ। ਅਤੇ ਖਰਚੇ ਅਸੀਂ ਕਿੰਨੇ ਲੈਂਦੇ ਹਾਂ? ਸੂਟ ਇੱਕ ਵੀ ਲੈਣਾ ਤਾਂ ਘੱਟੋ ਘੱਟ 5000 ਦਾ ਹੋ ਜਾਂਦਾ ਹੈ। ਅੱਜ ਕੱਲ੍ਹ ਉਸ ਸੂਟ ਨੂੰ ਲੈ ਕੇ ਸਿਲਾਈ, ਉਹਦੇ ਉੱਤੇ ਹੋਰ ਮੀਨਾਕਾਰੀ ਹੋਵੇ, ਫਿਰ ਅਸੀਂ
ਹੋਰ ਵੀ ਸਾਨੂੰ ਛੋਟੇ ਛੋਟੇ ਖਰਚੇ ਲਾਣ ਪਾਣ ਚੱਪਲ ਜੀ ਹੋਏ ਕੁਝ ਵੀ ਲੈ ਲਓ ਪੈਰਾਂ ਨੂੰ ਚਾਹੀਦਾ ਨਹੀਂ ਇਹ ਤਾਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਵੀ ਨੇ। ਦੇਖੋ ਚੱਪਲ ਤਾਂ ਲੈਣੀ ਹੈ, ਨਹੀਂ ਉਹ ਆਮ ਹੋ ਰਹੇ ਖਾਸ ਹੋ ਰਹੇ ਖਾਸ ਸਾਡੇ ਕੋਲ ਕਈ ਵਾਰ ਬਹੁਤ ਕੁਝ ਪਿਆ ਦਿੰਦਾ ਪਰ ਸਾਰ ਵੀ ਸਕਦੇ ਆ। ਫਿਰ ਉੱਥੇ ਸਾਨੂੰ ਕੋਈ 2-2,500 ਦੀ ਪੂਰੀ ਐਨ ਵਧੀਆ ਸਟੈਂਡਰਡ ਹੋਣਾ ਵੀ ਮੈਂ ਤਾਂ ਕਹਿੰਦੀ ਆ ਵੀ ਕੁਝ ਸਾਨੂੰ ਖਾਸ ਤੌਰ ਤੇ ਜੋ ਅਸੀਂ ਘਰਾਂ ਦੇ ਰਹਿਣ ਵਾਲੀਆਂ ਵਾ ਕੁਝ ਵੀ ਜਿਹੜੀ ਕਮਾਉਂਦੀਆਂ ਨੇ ਨੌਕਰੀ ਕਰਦੀਆਂ ਨੇ ਦਫ਼ਤਰਾਂ ਜਾਂਦੀਆਂ ਨੇ ਉਹਨਾਂ ਦੀ ਮੀਆਂ ਬੀਬੀ ਕਮਾਉਂਦੇ ਨੇ ਉਹਨਾਂ ਦਾ ਖਰਚਾ ਉਹ ਖੁੱਲ੍ਹਾ ਵੀ ਕਰ ਸਕਦੇ ਨੇ। ਜਿੱਥੇ ਇਕੱਲਾ ਕੋਈ ਕਮਾਉਂਦਾ ਹੈ ਆਦਮੀ ਕਮਾਉਂਦਾ ਹੈ ਉੱਥੇ ਲੇਡੀ ਨੂੰ ਜ਼ਰੂਰ ਆਪਣੇ ਘਰ ਵਾਲਿਆਂ ਦਾ ਧਿਆਨ ਰੱਖਣਾ ਪਏਗਾ। ਉਹ ਨਿਰਾ ਇੱਕੋ ਹੀ ਕਈ ਵਾਰ ਮੇਰੇ ਵਰਗੀਆਂ ਲੜਾਈ ਪਾ ਕੇ ਬਹਿ ਜਾਂਦੀਆਂ ਮੈਨੂੰ ਇਹ ਤੇ ਨਹੀਂ ਜੀ ਮੈਨੂੰ ਤਾਂ ਸੂਟ ਹੀ ਚਾਹੀਦਾ ਮੈਨੂੰ ਕੁਛ ਨਹੀਂ ਉਹ ਫਿਰ ਲੜਨੀ ਪੈਂਦੀਆਂ ਨੇ ਘਰ 'ਚ ਕਲੇਸ਼ ਵੀ ਪੈ ਜਾਂਦਾ ਹੈ। ਤੇ ਇਸ ਨਾ ਕਲੇਸ਼ ਪਾਓ ਚਾਦਰ ਵੇਖ ਕੇ ਪੈਰ ਪਸਾਰੋ ਤੇ ਨਾ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਮੁੱਦਾ ਨਹੀਂ ਠਾਣਾ ਚਾਹੀਦਾ। ਤੇ ਫਾਇਦਾ ਕੀ ਆਪਾਂ ਨੇ ਦਿਨੇ ਜਾਣਾ ਤਾਂ ਰਾਤ ਨੂੰ ਘਰੇ ਆ ਜਾਣੇ ਵੱਧ ਤੋਂ ਵੱਧ ਇੱਕ ਰਾਤ ਲੱਗ ਜਾਏਗੀ ਤੇ 2 ਸੂਟਾਂ ਨਾਲ ਵੀ ਸਰ ਸਕਦਾ। ਜਿੱਥੇ ਆਪਾਂ 5 ਦੀ ਸੋਚ ਰੱਖਣਾ 2 ਦੀ ਰੱਖ ਲਓ ਹੈ ਨਾ। ਤੇ ਅਸੀਂ ਜੋ ਵੀ ਕੀਤਾ ਜੋ ਹੁਣ ਤੱਕ ਵੇਖਿਆ ਤੇ ਉਸ ਟਾਈਮ ਤੇ ਵੀ ਹੁਣ ਵੀ ਮੈਂ ਸੋਚਦੀ ਹਾਂ ਵੀ 5-7 ਸੂਟ ਘਰ 'ਚ ਵੱਧ ਹੁੰਦੇ ਨੇ। ਚਲੋ ਮੈਂ ਇਹ ਜ਼ਰੂਰ ਟੌਪਿਕ ਉਹੀ ਹੈ ਵੀ ਨਹੀਂ ਸੋਚਣਾ ਪਏਗਾ ਪਹਿਲਾਂ ਮੈਨੂੰ ਮੈਂ ਵੱਡੀ ਆ ਨਾ ਮੈਨੂੰ ਸੋਚਣਾ ਪਏਗਾ ਮੈਂ ਤਾਂ ਆ ਕੇ ਤੁਹਾਨੂੰ ਰੋਕ ਸਕਦੀ ਹਾਂ। ਜੇ ਮੈਂ ਖੁਦ ਹੀ ਮੇਰਾ ਬੇੜਾ ਗਰਕ ਜੋ ਮੈਂ ਤੇ ਮੈਨੂੰ ਤੇ ਲਿਆਓ ਤੇ ਮੇਰੇ ਬੱਚੇ ਕੀ ਸਮਝਣਗੇ। ਬਸ ਮੇਰਾ ਤੇ ਇਹੀ ਹੈ। ਇਹ ਤਾਂ ਹੋ ਗਿਆ ਪਰਹੇਜ਼। ਹਾਂ ਪਰਹੇਜ਼ ਕਰੋ ਕੁਝ ਬਹੁਤ ਫਾਇਦਾ ਹੈ। ਚਲੋ ਹੁਣ ਇਹਦੇ ਸਾਧਨ ਦੱਸੋ ਵੀ ਜਿਹਦੇ ਨਾਲ ਤੁਸੀਂ ਆਪਦੀ ਜਿਹੜੀ ਇਨਕਮ ਹੈ ਉਹਨੂੰ ਥੋੜਾ ਵਧਾ ਸਕਦੇ ਹੋ। ਸਾਧਨ ਕੀ ਨੇ? ਆਮ ਲੋਕਾਂ ਦੇ ਸਾਧਨ ਦੱਸਣੇ ਨੇ। ਇੱਥੇ ਕੋਈ ਵੱਡੀਆਂ ਕੰਪਨੀਜ਼ ਜਾਂ ਵੱਡੇ ਬਿਜ਼ਨਸ ਜਾਂ ਵੱਡੇ ਇਨਵੈਸਟਮੈਂਟ ਬਾਰੇ ਆਪਾਂ ਗੱਲਾਂ ਨਹੀਂ ਕਰਦੀਆਂ। ਜੇ ਸਪੋਜ਼ ਕਰੋ ਇੱਕ ਆਮ ਘਰ ਦੇ ਵਿੱਚ ਕੌਣ ਰਹਿੰਦਾ ਹੈ? ਇੱਕ ਬੰਦਾ ਆ ਜਿਹੜਾ ਨੌਕਰੀ ਕਰਦਾ ਜਾਂ ਦੁਕਾਨ ਜਾਂ ਛੋਟਾ ਮੋਟਾ ਉਹਦਾ ਬਿਜ਼ਨਸ ਹੈ। ਘਰ ਵਾਲੀ ਹੈ ਘਰ ਦਾ ਕੰਮ ਕਰਦੇ ਨੇ ਸਾਰਾ ਦੇਖਦੇ ਨੇ। ਇੱਕ ਜਾਂ 2 ਬੱਚੇ ਨੇ ਪੜ੍ਹਦੇ ਨੇ। ਬਿਲਕੁਲ। ਸੋ ਕਮਾਈ ਦਾ ਸਾਧਨ ਇੱਕ ਹੈ ਤੇ ਜਿਹੜਾ ਫੀਡ ਕਰਨਾ ਉਹ ਆਪਾਂ 4 ਜਣਾਂ ਨੂੰ ਕਰਨਾ ਹੈ। ਹੁਣ ਮੇਰੇ ਹਿਸਾਬ ਦੇ ਨਾਲ ਜਿਹੜਾ ਅਗਲਾ ਜ਼ਮਾਨਾ ਆ ਰਿਹਾ ਹੁਣ ਵੀ ਹੈ ਖੈਰ ਸ਼ੁਰੂ ਤੋਂ ਵੀ ਹੈ ਪਰ ਅੱਗੇ ਜ਼ਰੂਰਤ ਹੈ ਬੰਦੇ ਨੂੰ ਤਾਂ ਕੰਮ ਕਰਨਾ ਪਏਗਾ ਜਨਾਨੀ ਨੂੰ ਵੀ ਜਾਂ ਲੇਡੀ ਨੂੰ ਫੀਮੇਲ ਨੂੰ ਵੀ ਕੰਮ ਕਰਨਾ ਹੀ ਕਰਨਾ ਪਏਗਾ ਜੋ ਜਿਵੇਂ ਦੇ ਅੱਗੋਂ ਦੇ ਹਾਲਾਤ ਬਣ ਰਹੇ ਨੇ। ਕਾਰਨ ਕੀ ਹੈ? ਤੁਸੀਂ ਜਿਵੇਂ ਪਹਿਲਾਂ ਕਿਹਾ ਕਿ 10-15 ਹਜ਼ਾਰ ਰੁਪਇਆ ਪ੍ਰਾਈਵੇਟ ਦੇ ਵਿੱਚ ਬੰਦਾ ਕਮਾਉਂਦਾ ਆ ਠੀਕ ਹੈ। ਜੇ ਬੰਦਾ ਉਹ ਇਸ ਤਰ੍ਹਾਂ ਨਹੀਂ ਕਮਾਉਂਦਾ ਜੇ ਲੱਖ ਦਾ ਮਹੀਨੇ ਦਾ ਬਿਜ਼ਨਸ ਕੱਟ ਕੇ ਦਿੰਦਾ ਆ ਤਾਂ ਉਹਨੂੰ 10 ਜਾਂ 15 ਹਜ਼ਾਰ ਦਿੱਤਾ ਜਾਂਦਾ। ਸੋ ਬਜਾਏ ਤੁਸੀਂ ਕਿਸੇ ਦੇ ਗੁਲਾਮ ਹੋਣ ਦੇ ਕਿਤੇ ਕੰਮ ਕਰਨ ਦੇ ਉਹ ਵੀ ਜ਼ਰੂਰੀ ਹੈ ਜਿੰਨਾ ਤੱਕ ਆਪਾਂ ਨੂੰ ਨਹੀਂ ਮਿਲਦਾ ਚਲੋ ਉਹ ਵੀ ਆਪਣੀ ਮਿਹਨਤ ਹੈ। ਪਰ ਜੇ ਤੁਸੀਂ ਇੰਡੀਪੈਂਡੈਂਟਲੀ ਆਪਣਾ ਕੋਈ ਕੰਮ ਆਪਦਾ ਕੋਈ ਘਰੇ ਆਪਦੀ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਨਾਲ ਦੀ ਨਾਲ ਤੁਸੀਂ ਕੋਈ ਕੰਮ ਕਰ ਸਕਦੇ ਹੋ ਜਿਹਦੇ ਨਾਲ ਤੁਹਾਡੀ ਲਾਈਫ ਡਿਸਟਰਬ ਨਹੀਂ ਹੁੰਦੀ ਤੁਸੀਂ ਉਹ ਕਰ ਸਕਦੇ ਹੋ। ਉਹ ਕਿਹੜੇ ਕੰਮ ਨੇ? ਉਹ ਬੜੇ ਕੰਮ ਹੋ ਸਕਦੇ ਨੇ। ਉਸ 'ਤੇ ਤੁਸੀਂ ਐਕਸਪਰਟ ਓਪੀਨੀਅਨ ਲੈ ਸਕਦੇ ਹੋ ਜਿਹੜੇ ਬਿਜ਼ਨਸ ਐਕਸਪਰਟਸ ਨੇ ਠੀਕ ਹੈ ਜੀ ਜਿਹੜੇ ਬਿਜ਼ਨਸ ਦੇ ਵਿੱਚ ਤੁਹਾਨੂੰ ਦੱਸ ਸਕਦੇ ਨੇ ਵੀ ਤੁਸੀਂ ਆਹ ਲੈ ਸਕਦੇ ਹੋ। ਪਰ ਜੇ ਐਗਜ਼ਾਮਪਲ ਆਪਾਂ ਇੱਕ ਅੱਧੀ ਲੈ ਕੇ ਚੱਲੀਏ ਇੱਕ ਛੋਟੀ ਜਿਹੀ ਗੱਲ ਮੈਂ ਲੈ ਕੇ ਚੱਲਦਾ। ਇੱਕ ਫੀਮੇਲ ਹੈ ਇੱਕ ਮਹਿਲਾ ਹੈ ਉਹ ਸਵੇਰੇ ਉੱਠਦੀ ਹੈ ਉਹਨੇ ਸਕੂਲ ਆਪਣੇ ਬੱਚੇ ਨੂੰ ਭੇਜਣਾ ਹੈ। ਭੇਜਣ ਤੋਂ ਬਾਅਦ ਉਹਨੇ ਕੀ ਕਰਨਾ ਹੈ? ਸਵੇਰੇ ਪਹਿਲਾਂ ਕਿਚਨ 'ਚ ਵੜਨਾ ਹੈ ਫਿਰ ਉਸ ਤੋਂ ਬਾਅਦ ਫਿਰ ਘਰੇ ਕੋਈ ਜੇਠ ਹੈ ਕੋਈ ਦਿਓਰ ਹੈ ਉਹਨੇ ਜਾਣਾ ਫਿਰ ਕਿਚਨ 'ਚ ਵੜਨਾ ਹੈ। ਫਿਰ ਸੱਸ ਸਹੁਰੇ ਨੇ ਜਾਂ ਹਸਬੈਂਡ ਨੇ ਵੀ ਕਿਤੇ ਜਾਣਾ ਜਾਂ ਸੱਸ ਘਰੇ ਹੈ ਜਾਂ ਮਤਲਬ ਨਣਦ ਨੇ ਜਾਣਾ ਜਾਂ ਕਿਸੇ ਨੇ ਜਾਣਾ ਉਹਨੂੰ ਫਿਰ ਕਿਚਨ 'ਚ ਵੜਨਾ ਹੈ। ਫਿਰ ਬੱਚਿਆਂ ਨੇ ਸਕੂਲੋਂ ਆ ਜਾਣਾ ਫਿਰ ਕਿਚਨ 'ਚ 4 ਵਜੇ ਫਿਰ ਕਿਚਨ ਸ਼ਾਮ ਨੂੰ ਫਿਰ ਕਿਚਨ 'ਚ ਮਤਲਬ ਕਿਚਨ ਦੀ ਜਿਹੜੀ ਡਿਊਟੀ ਹੈ 8 ਤੋਂ 10 ਘੰਟੇ ਹੈ। ਸੋ ਇਹ ਮੈਕਸਿਮਮ 80% ਲੋਕ ਇਸੇ ਤਰੀਕੇ ਨਾਲ ਆਪਦੀ ਮਤਲਬ ਲਾਈਫ ਨੂੰ ਚਲਾਉਂਦੇ ਨੇ। ਸੋ ਕਿਚਨ ਦੇ ਨਾਲ ਹੀ ਇੱਕ ਐਸੀ ਕਿਚਨ ਤਿਆਰ ਕਰੋ ਜਿਹਦੇ ਵਿੱਚ ਤੁਸੀਂ ਕੋਈ ਐਕਸਟਰਾ ਇਨਕਮ ਜਾਂ ਐਕਸਟਰਾ ਕੋਈ ਇਨਵੈਸਟਮੈਂਟ ਨਾ ਕਰੋ। ਕੋਈ ਦੁਕਾਨ ਨਾ ਲਓ ਕੋਈ ਕੁਛ ਨਾ ਲਓ ਕਿਉਂਕਿ ਦੁਕਾਨ ਲਓਗੇ ਤੁਹਾਨੂੰ ਇਨਵੈਸਟਮੈਂਟ ਚਾਹੀਦੀ ਹੈ ਤੁਹਾਨੂੰ ਉੱਥੇ EMPLOYEES ਚਾਹੀਦੇ ਨੇ ਤੁਹਾਨੂੰ ਸਾਰੀ ਪ੍ਰੈਮਿਸਿਸ ਇਨਫਰਾਸਟਰਕਚਰ ਸਾਰਾ ਕੁਛ ਚਾਹੀਦਾ। ਤੁਸੀਂ ਘਰ ਤੋਂ ਜਿਵੇਂ ਟਿਫਿਨ ਬਾਕਸ ਹੁੰਦੇ ਨੇ ਟਿਫਿਨ ਬਾਕਸ ਦੀ ਤੁਸੀਂ ਇੱਕ ਐਗਜ਼ਾਮਪਲ ਹੈ ਮੇਰੀ ਐਕਸਪਰਟ ਓਪੀਨੀਅਨ ਤੁਸੀਂ ਲੈ ਸਕਦੇ ਹੋ। ਉਹ ਕੰਮ ਬਹੁਤ ਵਧੀਆ ਹੈ ਜੇ ਤੁਸੀਂ ਘਰੋਂ ਕਰੋ ਯਾਨੀ ਖਾਣ ਪੀਣ ਦਾ ਕੋਈ ਕੰਮ ਇਸ ਤਰੀਕੇ ਦਾ ਜਾਂ ਰਸੋਈ ਨਾਲ ਸੰਬੰਧਿਤ ਕੋਈ ਵੀ ਕੰਮ ਹੋ ਸਕਦਾ ਹੈ ਕਿਉਂਕਿ ਤੁਹਾਡਾ ਸਮਾਂ ਉੱਧਰ ਲੱਗ ਰਿਹਾ ਤੇ ਤੁਹਾਡੀ ਐਕਸਪਰਟਿਜ਼ ਵੀ ਤੁਹਾਡੀ ਮਿਸਿਸ ਦੀ ਜਾਂ ਤੁਹਾਡੀ ਲੇਡੀਜ਼ ਜਿਹੜੇ ਹੈਗੇ ਨੇ ਮੈਂਬਰ ਉਹਨਾਂ ਦੀ ਉੱਧਰ ਹੀ ਰਹੇਗੀ।
ਸੋ ਤੁਸੀਂ ਜਿਵੇਂ ਲੋਕੀ ਅਚਾਰ ਦਾ ਕੰਮ ਕਰਦੇ ਨੇ, ਐਕਸਪੋਰਟ ਕਰਦੇ ਨੇ ਸ਼ਹਿਰਾਂ ਦੇ ਵਿੱਚ ਅਚਾਰ ਪਾ ਕੇ, ਉਹ ਬਹੁਤ ਕੰਮ ਜੋ ਮੈਂ ਸੁਣਿਆ ਚੱਲਦਾ ਆ। ਇੱਕ ਸੇਵੀਆਂ ਹੁੰਦੀਆਂ ਨਾ ਹੱਥ ਨਾਲ ਵੱਟੀਆਂ, ਜਿਹੜੀਆਂ ਕਿ ਬਾਹਰ ਨਹੀਂ ਮਿਲਦੀਆਂ, ਉਹਦਾ ਕੰਮ ਬਹੁਤ ਜ਼ਿਆਦਾ, ਰੰਗ ਬਰੰਗੀਆਂ ਬਹੁਤ ਸੇਵੀਆਂ, ਮਹਿੰਗਾ ਹੈ, ਉਹ ਕਰਨਾ ਹੈ, ਕੋਈ ਕਰਦਾ ਉਹਦੀ ਕੀਮਤ ਵੀ ਹੁੰਦੀ ਹੈ। ਅੱਛਾ, ਹੋਰ ਤੁਹਾਨੂੰ ਮੈਂ ਦੱਸਦਾ, ਪਿੰਨੀਆਂ ਹੁੰਦੀਆਂ ਨੇ, ਪਿੰਨੀਆਂ ਜਿਹੜੀ ਆਪਾਂ ਸਰਦੀਆਂ 'ਚ ਬਣਾਉਂਦੇ ਆ, ਉਹ ਦੁਕਾਨਾਂ ਤੇ ਬੜੀਆਂ ਮਹਿੰਗੀਆਂ ਤੇ ਬੜੀ ਹੋਰ ਤਰੀਕੇ, ਦੇਸੀ ਪਿੰਨੀਆਂ ਦੇ ਡੱਬੇ ਬਹੁਤ ਮਹਿੰਗੇ ਵਿਕਦੇ ਨੇ। ਮਾਰਕੀਟਿੰਗ ਵਾਲੇ ਬਸ 2 ਬੰਦੇ ਹਾਇਰ ਕਰਨੇ ਨੇ ਆਪਾਂ, ਇੱਕ ਬੰਦੇ ਨੇ ਉਹਨੂੰ ਭੇਜਣਾ ਆ, ਆਰਡਰ ਲੈਣੇ ਨੇ, ਆਰਡਰ ਦੇਣੇ ਨੇ, ਠੀਕ ਹੈ ਜੀ। ਸੋ ਇਸ ਤਰੀਕੇ ਦੀ ਇਹ ਤਾਂ ਇੱਕ ਐਗਜ਼ਾਮਪਲ ਹੋ ਗਈ। ਜੇ ਇਨੀਸ਼ੀਅਲੀ ਸਟਾਰਟ ਕਰਨਾ, ਹੁਣ ਟਿਫਿਨ ਬਾਕਸ 'ਚ ਕੀ ਹੈ ਕਿ ਤੁਹਾਨੂੰ ਡਿਸਪੋਜ਼ਲਸ ਮਿਲ ਗਏ, ਤੁਸੀਂ ਉੱਥੋਂ ਹੀ ਕਿਚਨ ਆਪਰੇਟ ਕਰ ਸਕਦੇ ਹੋ ਘਰ ਦੀ, ਉਸੇ ਕਿਚਨ 'ਚ ਤੁਸੀਂ ਬਾਹਰ ਵੀ ਕਰ ਸਕਦੇ ਹੋ। ਲੇਡੀ ਜੇ 8 ਘੰਟੇ ਉੱਥੇ ਬਿਤਾ ਰਹੀ ਹੈ ਤਾਂ ਉਹਨੂੰ 15 ਘੰਟੇ ਬਿਤਾਉਣ 'ਚ ਵੀ ਉਹਨੂੰ ਕੋਈ ਪ੍ਰੋਬਲਮ ਨਹੀਂ, ਜੇ ਉਹਨੂੰ 4 ਪੈਸੇ ਬਣਦੇ ਨੇ, ਠੀਕ ਹੈ। ਕੰਮ ਕੋਈ ਵੀ ਹੁੰਦਾ ਜ਼ਿੰਮੇਵਾਰੀ ਵਾਲਾ ਹੀ ਹੁੰਦਾ ਹੈ। ਸੋ ਜੇ ਇੱਕ ਲੇਡੀ ਰੋਜ਼ 50 ਜਾਂ 100 ਰੁਪਏ ਦੀ ਇੱਕ ਟਿਫਿਨ ਪੈਕ ਕਰਕੇ, ਔਰ ਘੱਟੋ ਘੱਟ 50 ਜਾਂ 100 ਟਿਫਿਨ ਵੀ ਆਪਾਂ ਸਟਾਰਟਿੰਗ 'ਚ 40 ਜਾਂ 50 ਟਿਫਿਨ ਵੀ ਦੇਈਏ, ਔਰ ਇੱਕ ਟਿਫਿਨ 'ਚੋਂ ਸਵੇਰੇ ਔਰ ਸ਼ਾਮ ਦਾ ਖਰਚਾ ਕੱਢ ਕੇ ਜਾਂ 40 ਰੁਪਏ ਵੀ ਬਚਦੇ ਨੇ, ਤੁਹਾਨੂੰ 30 ਰੁਪਏ ਵੀ ਬਚਦੇ ਨੇ, ਤਾਂ ਮੈਂ ਵੀ ਕਹਾਂਗਾ ਕਿ ਆਪਣੇ ਆਪ 'ਚ ਇਹ ਬੜੀ ਵੱਡੀ ਅਚੀਵਮੈਂਟ ਹੈ, ਠੀਕ ਹੈ। ਜੇ ਤੁਸੀਂ ਦਿਨ ਦੇ ਵਿੱਚ 40 ਜਾਂ 50 ਤੁਸੀਂ 1000 1500 ਤੁਸੀਂ ਕੱਢ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ। ਮਿਹਨਤ ਜ਼ਰੂਰ ਹੈ, ਬਿਨਾਂ ਮਿਹਨਤ ਤੋਂ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ। ਸੋ ਇਸ ਤਰੀਕੇ ਨਾਲ ਇਹ ਤਾਂ ਇੱਕ ਮੈਂ ਐਗਜ਼ਾਮਪਲ ਦਿੱਤੀ ਹੈ, ਤੁਸੀਂ ਆਪਣੇ ਸੰਸਾਧਨ ਵਧਾ ਸਕਦੇ ਹੋ। ਜੇ ਕੋਈ ਮੇਰੇ ਵਾਂਗੂ ਵੀਰ ਭਰਾ ਹੈ ਮੇਰਾ, ਤਾਂ ਉਹਦੇ ਕਿਸੇ ਕੋਲ ਇਨਵੈਸਟਮੈਂਟ ਨਹੀਂ ਹੁੰਦੀ, ਜਾਂ ਇਨਵੈਸਟਮੈਂਟ ਉਨੀ ਕੁ ਹੁੰਦੀ ਹੈ ਕਿ ਜਿਸ ਨਾਲ ਉਹਨੇ ਆਪਣਾ ਘਰ ਚਲਾਉਣਾ ਹੁੰਦਾ, 2-2.5 ਲੱਖ ਦੀ ਇਨਵੈਸਟਮੈਂਟ ਹੈ, ਪਤਾ ਸਾਲ ਚਲਾਉਣਾ। ਫਿਰ ਤੁਸੀਂ ਸਰਵਿਸ ਬੇਸਡ ਕੋਈ ਕੰਮ ਕਰ ਲਓ, ਜਿਹਦੇ ਵਿੱਚ ਸਿਰਫ ਤੁਹਾਡਾ ਦਿਮਾਗ, ਤੁਹਾਨੂੰ ਕੋਈ ਆਫਿਸ ਦੀ ਤੁਸੀਂ ਵਰਕ ਫਰੋਮ ਹੋਮ ਕਰ ਸਕਦੇ ਹੋ, ਜਿੱਥੇ ਤੁਸੀਂ ਸਰਵਿਸ ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਪਲੇਸਮੈਂਟ ਸਰਵਿਸਿਜ਼ ਦੇ ਵਿੱਚ ਤੁਸੀਂ ਬੱਚਿਆਂ ਨੂੰ, ਅੱਜ ਕੱਲ੍ਹ ਹਰ ਬੰਦਾ ਬੇਰੁਜ਼ਗਾਰ ਹੈ, ਤੁਸੀਂ ਉਹਨਾਂ ਨੂੰ ਰੋਜ਼ਗਾਰ ਦਿਵਾਉਣਾ, ਨਾਲੇ ਪੁੰਨ ਦਾ ਕੰਮ ਹੈ, ਨਾਲੇ ਫਲੀਆਂ। ਦੂਸਰਾ ਕੰਮ ਹੋ ਸਕਦਾ ਕੰਸਲਟੈਂਸੀ ਜੈਸਾ, ਇਮੀਗ੍ਰੇਸ਼ਨ ਦਾ ਕੰਮ ਹੈ, ਬਟ ਇਹਦੇ ਵਿੱਚ ਤੁਸੀਂ ਐਕਸਪਰਟ ਹੋਣੇ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਨਹੀਂ ਤਾਂ ਇਹ ਤੁਹਾਨੂੰ ਲਾਈਨ ਲੈ ਡੁੱਬੇਗੀ, ਠੀਕ ਹੈ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਮੇਰਾ ਕੰਮ ਹੈ, ਇਹਦੇ ਵਿੱਚ ਬਿਨਾਂ ਤਜਰਬੇ ਤੋਂ ਕੋਈ ਫਾਇਦਾ ਨਹੀਂ ਹੁੰਦਾ। ਤੀਸਰਾ, ਕੋਈ ਵੀ ਹੋਰ ਜਿਵੇਂ ਅੱਜ ਕੱਲ੍ਹ ਇੰਸ਼ੋਰੈਂਸ ਹੁੰਦੀਆਂ ਨੇ, ਮੈਡੀਕਲ ਇੰਸ਼ੋਰੈਂਸ ਨੇ ਜਾਂ ਹੋਰ ਨੇ, ਹਰ ਬੰਦਾ ਕਰਵਾਉਣਾ ਚਾਹੁੰਦਾ ਕਿਉਂਕਿ ਮੈਡੀਕਲ ਦਾ ਖਰਚਾ ਬਹੁਤ ਜ਼ਿਆਦਾ ਮਹਿੰਗਾ ਹੈ। ਫਿਰ ਟੈਲੀਕਾਲਿੰਗ ਜੌਬਸ ਆ ਜਾਂਦੀਆਂ, ਫਿਰ ਉਹਨੂੰ ਵੀ ਛੱਡੋ ਤੁਸੀਂ। ਅੱਜ ਕੱਲ੍ਹ ਵਰਕ ਫਰੋਮ ਹੋਮ ਚੱਲ ਰਿਹਾ ਹੈ, ਜਿਵੇਂ ਐਮਾਜ਼ੋਨ ਹੋ ਗਿਆ ਜਾਂ ਫਲਿੱਪਕਾਰਟ ਹੋ ਗਿਆ, ਉਹਨਾਂ ਦਾ ਕਸਟਮਰ ਕੇਅਰ ਬੈਕਗਰਾਊਂਡ ਜਿਹੜੇ ਹੁੰਦੇ ਨੇ, ਤੁਹਾਡਾ ਪ੍ਰੋਡਕਟ ਕਿੱਥੇ ਰਹਿ ਗਿਆ, ਕਿੱਥੇ ਨਹੀਂ ਰਹਿ ਗਿਆ, ਉਹਦੇ ਬਾਰੇ ਜਾਣਕਾਰੀ। ਫਿਰ ਇੱਕ ਆਈਟਾ ਦਾ ਕੋਰਸ ਹੁੰਦਾ ਹੈ ਟਿਕਟਿੰਗ ਦੇ ਵਿੱਚ, ਤੁਸੀਂ ਉਹ ਕਰਕੇ ਤੁਸੀਂ ਟਿਕਟਿੰਗ ਦੇ ਵਿੱਚ ਆ ਸਕਦੇ ਹੋ, ਠੀਕ ਹੈ। ਟਿਕਟਿੰਗ ਨਾਲ ਤੁਸੀਂ ਬਹੁਤ ਸੋਹਣੀ ਇਨਕਮ ਕਮਾ ਸਕਦੇ ਹੋ, ਡੋਮੈਸਟਿਕ ਵੀ ਕਮਾ ਸਕਦੇ ਹੋ, ਇੰਟਰਨੈਸ਼ਨਲ 'ਚ ਵੀ ਕਮਾ ਸਕਦੇ ਹੋ। ਫਿਰ ਤੁਸੀਂ ਕੋਈ ਵੀ ਜਿੱਦਾਂ ਵੈਸਟਰਨ ਯੂਨੀਅਨ ਹੋ ਗਿਆ, ਵੈਸਟਰਨ ਯੂਨੀਅਨ ਦੇ ਵਿੱਚ ਕੀ ਹੈ ਕਿ ਤੁਹਾਡੀ 1 ਨੰਬਰ 'ਚ ਪੇਮੈਂਟ ਘੁੰਮਣੀ ਹੈ ਔਰ ਤੁਹਾਨੂੰ ਕਮਿਸ਼ਨ ਮਿਲਣਾ ਹੈ। ਹੌਲੀ ਹੈ, ਸਲੋ ਪ੍ਰੋਸੈਸ ਹੈ, ਬਟ ਜਦੋਂ ਐਂਟਰੀ ਜ਼ਿਆਦਾ ਹੁੰਦੀਆਂ ਨੇ ਤਾਂ ਬਹੁਤ ਹੌਲੀ ਬਿਜ਼ਨਸ ਇਨਕਰੀਜ਼ ਕਰਦੇ ਨੇ। ਸੋ ਇਹ ਸਰਵਿਸ ਬੇਸਡ ਨੇ, ਇਹਦੇ ਵਿੱਚ ਇਨਵੈਸਟਮੈਂਟ ਜ਼ਿਆਦਾ ਵੱਡੀ ਨਹੀਂ ਚਾਹੀਦੀ ਹੁੰਦੀ ਦੋਸਤੋ, ਨਾ ਤੁਹਾਡਾ ਇਹਦੇ ਵਿੱਚ ਕੋਈ ਪੈਸਾ ਬਲੌਕ ਹੋ ਰਿਹਾ। ਸੋ ਇਹ ਇਸ ਤਰੀਕੇ ਦੇ ਕੰਮ ਤੁਸੀਂ ਕਰ ਸਕਦੇ ਹੋ। ਖਾਣ ਪੀਣ ਵਾਲੇ ਤੁਸੀਂ ਨਾਲ ਕੰਮ ਕਰ ਸਕਦੇ ਹੋ। ਸੋ ਕੰਮ ਬੜੇ ਨੇ, ਤੁਸੀਂ ਈਵਨ ਕਮਿਸ਼ਨ ਬੇਸਡ ਕੰਮ ਕਰ ਸਕਦੇ ਹੋ, ਜਿਵੇਂ ਤੁਸੀਂ ਉਹਦੇ ਵਿੱਚ ਠੀਕ ਪ੍ਰੋਪਰਟੀ ਦਾ ਕੰਮ ਆ ਗਿਆ, ਇੱਥੋਂ ਕੋਈ ਚੀਜ਼ ਵਿਕਾਤੀ, ਉੱਥੋਂ ਲੈ ਲਈ, ਉਹਦੇ ਵਿੱਚ ਸੋਹਣੇ ਹੌਲੀ ਜਦੋਂ ਭੇਤ ਹੁੰਦਾ ਬੰਦੇ ਨੂੰ, ਸਾਰਾ ਕੁਝ ਹੁੰਦਾ ਜਾਂਦਾ ਹੈ। ਫਿਰ ਛੋਟੀ ਇਨਵੈਸਟਮੈਂਟਸ ਨੇ, ਜਿੱਦਾਂ ਸ਼ੇਅਰ ਮਾਰਕੀਟਿੰਗ ਇਹ ਬਹੁਤ ਵਾਸਟ ਸਬਜੈਕਟ ਹੈ, ਬਟ ਜਿੰਨੀ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੇਟਮੈਂਟ ਦੇ ਨਾਲ ਇੱਥੇ ਗੱਲ ਮੁਕਾਵਾਂਗਾ। ਜਿਵੇਂ ਸ਼ੇਅਰ ਹੋਲਡਿੰਗਸ ਆਪਾਂ ਕਰਦੇ ਹਾਂ, ਕੋਈ ਚੀਜ਼ ਖਰੀਦ ਕੇ ਰੱਖ ਲੈਂਦੇ ਹਾਂ, ਜਾਂ ਪੈਸੇ ਜਾਂ ਡਾਲਰ ਜਿੱਦਾਂ ਆਪਾਂ ਖਰੀਦ ਲਈ, ਸਪੋਜ਼ ਕਰੋ 100 ਰੁਪਇਆ ਮੈਂ ਖਰੀਦ ਕੇ ਰੱਖ ਲਿਆ, ਇਸੇ ਤਰੀਕੇ ਨਾਲ ਕੋਈ ਮੈਂ ਸ਼ੇਅਰ ਕਿਸੇ ਕੰਪਨੀ ਦਾ ਖਰੀਦ ਕੇ ਰੱਖ ਲਿਆ, ਅੱਜ ਉਹਦੀ ਕੀਮਤ ਇੱਕ ਪਲਾਟ ਵਾਂਗੂ ਬਹੁਤ ਸਸਤੀ ਹੈ, ਤੇ ਕੱਲ 5 ਸਾਲ ਨੂੰ 6 ਸਾਲ ਨੂੰ ਉਹਦੀ ਜਿਹੜੀ ਇਨਹੈਂਸਮੈਂਟ ਆਫ ਪ੍ਰਾਈਸ ਹੈ ਬਹੁਤ ਜ਼ਿਆਦਾ ਹੋ ਜਾਣੀ ਹੈ। ਸੋ ਜੇ ਤੁਸੀਂ ਉਹਨੂੰ ਉਸ ਤਰੀਕੇ ਨਾਲ ਵੀ ਲੈ ਕੇ ਚੱਲਦੇ ਹੋ, ਵੋਲੀਅਮ 'ਚ ਕੰਮ ਕਰਦੇ ਹੋ, ਤਾਂ ਤੁਹਾਨੂੰ ਈਅਰਲੀ ਵੀ ਇਹ ਆਮਦਨ ਦਿੰਦੇ ਨੇ। ਇਸ ਤੋਂ ਇਲਾਵਾ ਹੁਣ ਛੋਟੇ ਮਹੱਲਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇੱਕ ਬਹੁਤ ਪੁਰਾਣੀ ਚੀਜ਼ ਹੈ ਕਿ ਜਿਹਦੇ ਵਿੱਚ ਆਪਾਂ ਕਹਿੰਦੇ ਕਮੇਟੀਆਂ ਪਾਉਣੀਆਂ। ਸੋ ਕਮੇਟੀ ਜਿਹੜੇ ਲੋਕ ਪਾਉਂਦੇ ਨੇ, ਉਹ ਵੀ ਬੜੀ ਅੱਛੀ ਇਨਕਮ ਇੱਕ ਸਾਧਨ ਹੈ। ਅੱਜ ਡੈਡੀ ਡਿਸਕਸ ਕਰ ਹੀ ਰਹੇ ਸੀ, ਦੱਸ ਹੀ ਰਹੇ ਸੀ, ਜਿਵੇਂ ਕਿ ਜਦੋਂ ਅਸੀਂ ਕਮੇਟੀ ਪਾਉਂਦੇ ਹਾਂ ਤਾਂ ਜੇ 10 ਬੰਦੇ ਰਲ ਗਏ ਜਾਂ 15 ਬੰਦੇ ਰਲ ਗਏ, ਅਤੇ ਜਦੋਂ ਕਮੇਟੀ ਦੀ ਅਮਾਊਂਟ ਹਰ ਮਹੀਨੇ ਦੇਣੀ ਪੈਂਦੀ ਹੈ, ਤਾਂ ਆਲਮੋਸਟ ਲੋਕ ਘੱਟ 'ਚ ਚੱਕ ਲੈਂਦੇ ਨੇ ਕਿਉਂਕਿ ਲੋੜ ਹੁੰਦੀ ਹੈ, ਔਰ ਜਿਹੜਾ ਐਂਡ 'ਤੇ ਚੱਕਦਾ ਉਹਨੂੰ ਪੂਰੀ ਮਿਲਦੀ ਹੈ। ਯਾਨੀ ਤੁਹਾਡੀ ਜੇਬ 'ਚੋਂ ਤਾਂ ਘੱਟ ਗਿਆ, ਲੇਕਿਨ ਤੁਹਾਨੂੰ ਆਇਆ ਬਹੁਤ ਹੈ। ਔਰ ਜਦੋਂ ਤੁਸੀਂ 3-4 ਕਮੇਟੀਜ਼ ਨੂੰ ਸਿੰਸੀਅਰਲੀ ਇੱਕ ਕੌਨਫੀਡੈਂਟ ਬੰਦਿਆਂ ਦੇ ਨਾਲ, ਜਿਨ੍ਹਾਂ ਨੂੰ ਤੁਹਾਨੂੰ ਪੂਰਾ ਕੌਨਫੀਡੈਂਸ ਹੈ, ਉਹਨਾਂ ਦੇ ਨਾਲ ਤੁਸੀਂ ਕਰਦੇ ਹੋ,
ਫਿਰ ਉਹਦੇ ਵਿੱਚ ਆਊਟਪੁੱਟ ਬਹੁਤ ਜ਼ਿਆਦਾ ਨਿਕਲਦੀ ਹੈ। ਈਵਨ ਜੇ ਤੁਸੀਂ 4-4 5-5 ਲੱਖ ਰੁਪਏ ਵੀ ਇਨਵੈਸਟ ਕਰਦੇ ਹੋ ਤਾਂ ਉਹਦੇ ਵਿੱਚ ਲੱਖ ਰੁਪਏ ਆ ਜਾਂਦਾ। ਹਾਲਾਂਕਿ ਇਹ ਇਲੀਗਲ ਹੈ, ਇਹ ਰਿਕਮੈਂਡਡ ਨਹੀਂ ਹੈ, ਲੇਕਿਨ ਇਹ ਬੜੇ ਪੁਰਾਣਾ ਇੱਕ ਭਾਈਚਾਰਤਾ ਤੇ ਮਤਲਬ ਡਿਪੈਂਡ ਜਾਂ ਲੋਕ ਇਸ ਚੀਜ਼ ਨੂੰ ਬੜੇ ਪੁਰਾਣੇ ਸ਼ੁਰੂ ਤੋਂ ਹੀ ਕਰਦੇ ਆ ਰਹੇ ਨੇ, ਹੈ ਨਾ। ਤੇ ਇਹਦੇ ਵਿੱਚ ਇੱਕ ਤੁਹਾਡਾ ਭਾਈਚਾਰਾ ਹੁੰਦਾ ਹੈ, ਤੁਹਾਡੇ ਨੋਨ ਬੰਦੇ ਹੁੰਦੇ ਨੇ, ਤੇ ਜੇ ਇਹਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤੇ ਇਹ ਵੀ ਮਾੜਾ ਨਹੀਂ ਹੈਗਾ। ਸੋ ਤੁਹਾਡੇ ਤੇ ਡਿਪੈਂਡ ਕਰਦਾ, ਤੁਹਾਡੇ ਲੋਕਾਂ ਤੇ ਡਿਪੈਂਡ ਕਰਦਾ ਤੁਸੀਂ ਕਿਸ ਤਰੀਕੇ ਦਾ ਕੰਮ ਕਰ ਰਹੇ ਹੋ। ਸੋ ਮੇਰੇ ਹਿਸਾਬ ਨਾਲ ਤਾਂ ਮੇਰੀ ਅੱਜ ਆਹ ਸਟੇਟਮੈਂਟ ਇੰਨੀ ਕੀ ਹੈ ਕਿ ਇਸ ਤਰੀਕੇ ਨਾਲ ਆਪਾਂ ਸਾਧਨ ਆਪਣੇ ਵਧਾ ਕੇ, ਤੇ ਮਹਿੰਗਾਈ ਨੂੰ ਤਾਂ ਦੇਖੋ ਸਰਕਾਰਾਂ ਵੀ ਨਹੀਂ ਖਤਮ ਕਰ ਸਕਦੀਆਂ, ਪਰ ਆਪਾਂ ਸਾਧਨ ਆਪਣੇ ਇਸ ਤਰੀਕੇ ਨਾਲ ਵਧਾਈਏ ਕਿ ਜਿਸ ਤਰੀਕੇ ਨਾਲ ਆਪਾਂ ਇਸ ਨੂੰ ਕਾਬੂ ਪਾਇਆ ਜਾਵੇ। ਹਰ ਬੰਦਾ ਥੋੜ੍ਹਾ ਕੰਮ ਕਰੇ, ਉਸ ਤਰੀਕੇ ਨਾਲ ਕੰਮ ਕਰੇ ਕਿ ਘੱਟੋ ਘੱਟ ਆਪਣਾ ਬੋਝ ਚੱਕਣ ਦੇ ਕਾਬਿਲ ਹੋ ਜੇ, ਆਪਣੇ ਖਰਚੇ ਚੱਕਣ ਦੇ ਕਾਬਿਲ ਹੋ ਜੇ, ਤਾਂ ਮੈਨੂੰ ਲੱਗਦਾ ਘਰਾਂ 'ਚੋਂ ਅੱਧੀਆਂ ਬਿਮਾਰੀਆਂ ਚਲੇ ਜਾਣਗੀਆਂ, ਅਤੇ ਮੈਡੀਕਲ ਦੇ ਖਰਚੇ ਘੱਟ ਹੋ ਜਾਣਗੇ, ਤੇ ਬੰਦਾ ਪੋਜ਼ੀਟਿਵ ਰਹੇਗਾ, ਬੰਦੇ ਦਾ ਦਿਮਾਗ ਸਹੀ ਪਾਸੇ ਲੱਗੇਗਾ। ਫਿਰ ਬਿਜ਼ਨਸ, ਅਸੀਂ ਲੋਕ ਜਿੱਦਾਂ ਬਿਜ਼ਨਸ, ਦੋਸਤੋ ਸਾਡਾ ਨਾ ਕਨੈਕਸ਼ਨ ਵੀਕ ਹੋ ਗਿਆ ਸੀਗਾ, ਸਾਨੂੰ ਵਿੱਚੋਂ ਦੀ ਤੋੜਨਾ ਪਿਆ, ਉਹ ਮਤਲਬ ਸਾਡਾ ਕਨੈਕਸ਼ਨ ਵੀਕ ਹੋ ਗਿਆ ਸੀਗਾ, ਸਾਨੂੰ ਬੰਦ ਕਰਨਾ ਪਿਆ। ਸੋ ਮਾਫੀ ਚਾਹੁੰਦੇ ਹਾਂ। ਤੇ ਗੱਲ ਕਰ ਰਹੇ ਸੀਗੇ ਆਪਾਂ ਕਿ ਮੈਂ ਉੱਥੋਂ ਸਟਾਰਟ ਕਰਦਾ ਕਿ ਹਰ ਬੰਦੇ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਤੇ ਜਦੋਂ ਹਰ ਬੰਦਾ ਕੰਮ ਕਰਦਾ ਹੈ ਤੇ ਉਹ ਪੋਜ਼ਿਟਿਵ ਫੀਲ ਕਰਦਾ ਹੈ, ਘਰ ਦੇ ਹਾਲਾਤ ਵੀ ਸੁਧਰਦੇ ਨੇ, ਤੇ ਜਿਹੜੀ ਚੀਜ਼ ਆਪਣੇ ਜੇਬ 'ਚੋਂ ਪੈਸਾ ਲਾ ਕੇ ਖਰਚ ਕੇ 2 ਮਿੰਟ 'ਚ ਆ ਜਾਣੀ ਹੈ, ਉਹ ਕਿਸੇ ਦੇ ਮੂੰਹ ਵੱਲ ਦੇਖੀਏ, ਚਾਹੇ ਹਸਬੈਂਡ ਹੀ ਕਿਉਂ ਨਾ ਹੋਵੇ, ਬਿਲਕੁਲ ਹੈ ਨਾ, ਕੋਈ ਵੀ ਨਾ ਹੋਵੇ, ਉਹਦੀ ਵਰਗੀ ਕੋਈ ਮੈਨੂੰ ਲੱਗਦਾ ਦੁਨੀਆ ਦੀ ਚੀਜ਼ ਕੋਈ ਨਹੀਂ। ਸੋ ਉਹਦੇ ਨਾਲ ਇੱਕ ਰਿਸਪੈਕਟ ਲੈਵਲ ਹੋਰ ਵੀ ਵਧੀਆ। ਮੈਂ ਨਹੀਂ ਕਹਿੰਦਾ ਕਿ ਜੇ ਵਾਈਫ ਹਸਬੈਂਡ ਤੋਂ ਮੰਗਦੀ ਉੱਥੇ ਰਿਸਪੈਕਟ ਨਹੀਂ, ਪੂਰੀ ਰਿਸਪੈਕਟ ਹੈ, ਪਰ ਜਦੋਂ ਬੰਦਾ ਆਪ ਕਮਾਉਂਦਾ ਹੈ, ਕੋਈ ਵੀ ਹੈ, ਤਾਂ ਉਹ ਆਜ਼ਾਦ ਮਹਿਸੂਸ ਕਰਦਾ ਹੈ, ਠੀਕ ਹੈ। ਤੇ ਬਾਕੀ ਤੁਸੀਂ ਦੱਸ ਰਹੇ ਸੀ, ਕੁਝ ਗੱਲ ਕਰ ਰਹੇ ਸੀ। ਹਾਂਜੀ, ਮੈਂ ਕਹਿੰਦੀ ਚਾਹੇ ਅਸੀਂ ਪਿੰਡਾਂ ਵਾਲੇ ਆ ਜਾਂ ਅਸੀਂ ਕੋਈ ਸ਼ਹਿਰ 'ਚ ਰਹਿੰਦੇ ਹਾਂ, ਖਰਚੇ ਤਾਂ ਸਾਰਿਆਂ ਦੇ ਇੱਦਾਂ ਹੀ ਹੁੰਦੇ ਨੇ ਨਾ, ਤੇ ਸਗੋਂ ਸ਼ਹਿਰਾਂ ਵਾਲੇ ਤਾਂ ਜ਼ਿਆਦਾ ਹੁੰਦੇ ਨੇ। ਹਰੇਕ ਸ਼ਹਿਰਾਂ ਵਾਲਿਆਂ ਨੂੰ ਮੁੱਲ ਲੈਣੀ ਪੈਂਦੀ ਹੈ, ਪਿੰਡਾਂ ਵਾਲਿਆਂ ਦੀਆਂ ਕੋਈ ਸਹੂਲਤਾਂ ਵੀ ਹੁੰਦੀਆਂ ਨੇ, ਕੁਛ ਘਰ ਦੀ ਖੇਤੀਬਾੜੀ ਵੀ ਹੋ ਜਾਂਦੀ ਹੈ, ਹੋਰ ਵੀ ਉਹਨਾਂ ਦਾ ਕਈ ਕੁਛ ਹੁੰਦਾ ਹੈ। ਪਰ ਜਿਨ੍ਹਾਂ ਦੀ ਖੇਤੀਬਾੜੀ ਘੱਟ ਹੈ ਜਾਂ ਜ਼ਮੀਨ ਜਾਇਦਾਦ ਵੀ ਘੱਟ ਹੈ, ਤੇ ਖਰਚੇ ਤੇ ਫਿਰ ਸਾਰਿਆਂ ਦੇ ਉਨੇ ਹੀ ਹੁੰਦੇ ਨੇ। ਤੇ ਘਰ ਜੇ ਥੋੜੀ ਜਗ੍ਹਾ ਤੁਸੀਂ ਪਸ਼ੂ ਰੱਖ ਲਓ, ਜੇ ਸਾਂਭ ਸਕਦੇ ਹੋ ਪਸ਼ੂ ਦਾ, ਵੇਖੋ ਤੁਹਾਨੂੰ ਵਧੀਆ ਪਿਓਰ ਦੁੱਧ ਘਰ ਦਾ ਮਿਲੇਗਾ, ਤੁਹਾਨੂੰ ਘਰ ਦਾ ਹੀ ਘਿਓ ਮਿਲੇਗਾ, ਬੱਚਿਆਂ ਨੂੰ ਵਧੀਆ ਸਿਹਤ ਮਿਲੇਗੀ, ਖਾਣ ਪੀਣ ਨੂੰ ਦਹੀਂ ਹੈ, ਕੋਈ ਵੀ ਪਦਾਰਥ ਤੁਸੀਂ ਘਰ ਹੀ ਬਣਾ ਸਕਦੇ ਹੋ। ਬਾਜ਼ਾਰ ਨਾਲੋਂ ਭੈੜਾ ਜੋ ਵੀ ਅਸੀਂ ਖਰੀਦਦਾਰੀ ਕਰਦੇ ਹਾਂ, ਪਤਾ ਨਹੀਂ ਉਹਦੇ ਵਿੱਚ ਉਹਨਾਂ ਨੇ ਕੀ ਪਾਇਆ ਹੁੰਦਾ, ਕੀ ਨਹੀਂ ਪਾਇਆ ਹੁੰਦਾ, ਤੇ ਉਸ ਦੁੱਧ ਦੇ ਨਾਲ ਤੁਸੀਂ ਬਾਕੀ ਪਦਾਰਥ ਬਣਾ ਸਕਦੇ ਹੋ। ਤੁਹਾਡੇ ਪੈਸੇ ਦੀ ਵੀ ਬਚਤ, ਤੁਹਾਡੀ ਸਿਹਤ ਵੀ ਵਧੀਆ ਰਹੇਗੀ, ਕੋਈ ਬਿਮਾਰੀ ਨਹੀਂ ਆਏਗੀ, ਕੁਝ ਨਹੀਂ ਆਏਗਾ, ਤੇ ਨਾਲੇ ਤੁਹਾਨੂੰ ਇੱਕ ਕੰਮ ਮਿਲ ਗਿਆ, ਠੀਕ ਹੈ। ਤੇ ਜੋ ਫਿਰ ਆਪਾਂ ਜਦੋਂ ਕਈ ਵਾਰ ਹੁੰਦੇ ਸਾਨੂੰ ਕੰਮ ਹੀ ਨਹੀਂ ਹੁੰਦਾ, ਵਿਹਲੇ ਹੁੰਦੇ ਆ, ਟੈਨਸ਼ਨ ਵਿੱਚ ਪੈ ਜਾਂਦੇ ਆ, ਹਾਏ ਸਾਡੇ ਖਰਚੇ ਨੂੰ ਕਿਵੇਂ ਪੂਰਾ ਕਰੀਏ, ਅਸੀਂ ਕੀ, ਇੱਕ ਤਰ੍ਹਾਂ ਦਾ ਸਾਡਾ ਉਹ ਬਿਮਾਰੀ ਜਿਹੜੀ ਹੈ ਨਾ, ਬਿਮਾਰੀ ਰੂਪ ਧਾਰ ਜਾਂਦੀ ਹੈ ਸਾਡੇ ਤੇ ਖਰਚੇ ਵਿੱਚ ਉਨੇ ਹੁੰਦੇ ਨੇ, ਆਮਦਨ ਹੁੰਦੀ ਨਹੀਂ, ਤੇ ਫਿਰ ਅਸੀਂ ਸਾਰਾ ਦਿਨ ਪੈ ਗਏ, ਬਹਿ ਗਏ, ਮੋਬਾਈਲ ਦੇਖ ਲਿਆ, ਉਹ ਕਰ ਲਿਆ, ਉਹ ਵਿਹਲਿਆਂ ਵਾਲੇ ਕੰਮ ਨਹੀਂ। ਤੇ ਇਸ ਕਰਕੇ ਆਪਾਂ ਨੂੰ ਵਿਹਲਿਆਂ ਨਹੀਂ ਰਹਿਣਾ ਚਾਹੀਦਾ। ਜੇ ਤੁਹਾਡੀ ਸਿਹਤ ਸਹੀ ਹੈ, ਤੁਸੀਂ ਕੰਮ ਕਰੋ, ਚਾਹੇ ਅਸੀਂ ਰੇਹੜੀ ਹਾਂ, ਚਾਹੇ ਕੋਈ ਵੀ ਹੈ, ਉਹਨਾਂ ਨੂੰ ਕੰਮ ਜ਼ਰੂਰ ਕਰਨਾ ਚਾਹੀਦਾ। ਸਿਹਤ ਵੀ ਸਹੀ ਰਹੇਗੀ, ਹੈ ਤੁਹਾਡਾ ਟਾਈਮ ਵੀ ਬੜਾ ਸੋਹਣਾ ਨਿਕਲੇਗਾ, ਤੁਸੀਂ ਐਵੇਂ ਕੋਈ ਟੈਨਸ਼ਨ ਵਿੱਚ ਵੀ ਨਹੀਂ ਜਾਓਗੇ, ਤੇ ਤੁਹਾਨੂੰ ਕੁਝ ਥਕਾਵਟ ਵੀ ਜੀ ਕੰਮ ਕਰਕੇ, ਤੇ ਰਾਤ ਨੂੰ ਤੁਹਾਨੂੰ ਨੀਂਦ ਵੀ ਆਏਗੀ, ਬੜੀ ਮਜ਼ੇ ਵਾਲੀ ਨੀਂਦ ਤੁਸੀਂ ਰਹੋਗੇ, ਤੇ ਚੁਗਲੀ ਨਿੰਦਿਆ ਤੋਂ ਵੀ ਬਚੇ ਰਹੋਗੇ, ਘਰ ਦੇ ਕੰਮਾਂ 'ਚ ਬਿਜੀ ਰਹੋਗੇ, ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਫਿਰ ਵਿਹਲਾ ਮਨ ਸ਼ੈਤਾਨੀਆਂ ਦਾ ਘਰ। ਅੱਛਾ, ਮੈਂ ਨਾ ਇੱਕ ਟੌਪਿਕ ਹੋਰ ਜੋੜਦਾ। ਆਪਣੇ ਇੱਕ ਮਿੱਤਰ ਨੇ, ਯਾਰ ਦੋਸਤ ਨੇ, ਤੇ ਉਹਨਾਂ ਨੇ ਕੀ ਕੀਤਾ ਕਿ ਸ਼ਹਿਰ ਦੇ ਵਿੱਚ ਹੀ ਜਿੱਦਾਂ ਘਰ ਦੇ ਵਿੱਚ ਉਹਨੇ ਮੱਝਾਂ ਰੱਖ ਲਈਆਂ। ਹਾਂਜੀ, ਬਿਲਕੁਲ, ਮੱਝਾਂ ਰੱਖ ਲਈਆਂ, ਜਿਹਨੂੰ ਆਪਾਂ ਹਰਾ ਕਹਿੰਦੇ ਜਾਂ ਪੱਠੇ ਕਹਿੰਦੇ ਹਾਂ, ਹਾਂਜੀ, ਉਹ ਟਾਲ ਤੋਂ ਲੈ ਆਵੇ ਕਰੇ। ਬਿਲਕੁਲ। ਅੱਛਾ, ਗੋਹੇ ਵਾਸਤੇ ਉਹਨੇ ਗੁਆਂਢ 'ਚੋਂ ਬੰਦਾ ਰੱਖ ਲਿਆ, ਕਿ ਕੁਦਰਤੀ ਉਹਨੇ ਮੱਝਾਂ ਉਹਨੇ ਵੀ ਰੱਖੀਆਂ ਸੀਗੀਆਂ, ਉਹਨੂੰ ਗੋਹੇ ਦਾ ਠੇਕਾ ਦੇ ਦਿੱਤਾ, ਸਵੇਰੇ ਆ ਕੇ ਉਹਨੇ ਸਾਫ਼ ਕਰ ਜਾਣਾ। ਉਸ ਬੰਦੇ ਨੂੰ ਇੰਨਾ ਸ਼ੌਂਕ ਪਿਆ ਮੱਝਾਂ ਦਾ, ਚਲੋ ਮੱਝਾਂ ਦਾ ਕੰਮ ਤਾਂ ਉਹਨੇ ਥੋੜੀ ਦੇਰ ਕੀਤਾ, ਉਸ ਤੋਂ ਬਾਅਦ ਉਹ ਡੇਅਰੀ 'ਚ ਆ ਗਿਆ। ਡੇਅਰੀ ਜਿਹੜੀ ਆਪਾਂ ਉਹਨੇ ਉਹ ਵੱਡੇ ਬਾਜ਼ਾਰ ਜਿੱਦਾਂ ਪਟਿਆਲੇ ਹੈ ਨਾ, ਉਧਰ ਸ਼ੇਰ ਵਾਲਾ ਗੇਟ ਤੋਂ ਅੱਗੇ
ਆਰੀਆ ਸਮਾਜ ਇੱਧਰਲੇ ਪਾਸੇ ਕਿਤੇ, ਉਹਨੇ ਉੱਥੇ ਡੇਅਰੀ ਲੈਂਦੀ ਛੋਟੀ ਜਿਹੀ, ਤੇ ਉਹ ਚੱਲਦੀ ਹੋਣੀ ਆ, ਉਹਨੂੰ ਇੰਨਾ ਫਿੱਟ ਪਿਆ ਨਾ, ਇੰਨਾ ਰਾਸ ਆਇਆ ਕੰਮ ਕਿ ਸਵੇਰ ਤੋਂ ਸ਼ਾਮ ਤੱਕ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ। ਸੋ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ, ਆਪਾਂ ਕੋਈ ਕੰਮ ਸਟਾਰਟ ਕਰਦੇ ਹਾਂ, ਆਪਾਂ ਕਰਦੇ ਤਾਂ ਉਹਨੂੰ ਸ਼ੌਂਕ ਵਜੋਂ ਆ ਜਾਂ ਇਹ ਸੋਚ ਕੇ ਕਰਦੇ ਹਾਂ ਖਰੇ ਚੱਲੇਗਾ ਕਿ ਨਹੀਂ ਚੱਲੇਗਾ, ਪਰ ਉਹ ਕਈ ਵਾਰੀ ਜ਼ਿੰਦਗੀ ਦੀ ਡੈਸਟਨੀ ਬਣ ਜਾਂਦਾ, ਕਈ ਵਾਰੀ ਤੁਹਾਡੀ ਐਸੀ ਮੰਜ਼ਿਲ ਬਣ ਜਾਂਦਾ। ਅੱਛਾ, ਕਈ ਲੋਕ ਐਸੇ ਵੀ ਨੇ ਕਿਉਂਕਿ ਮੈਂ ਇਸ ਲਾਈਨ ਸੁਣ ਕਰਕੇ ਬੋਲਦਾ, ਉਹ ਸੋਚੀ ਜਾਣਗੇ ਨਹੀਂ ਜੀ ਕੈਨੇਡਾ ਜਾ ਕੇ ਕੁਝ ਕਰਾਂਗੇ, ਇੱਥੇ ਨਹੀਂ, ਇੱਥੇ ਭਾਜੀ ਮੈਂ ਤਾਂ ਨਹੀਂ, ਛੱਡੋ ਪਰਾਂ, ਮੈਂ ਕਿਸੇ ਤੋਂ ਪੈਸੇ ਨਹੀਂ ਲੈਂਦਾ, ਮੈਂ ਕੰਮ ਕਰ ਦਿੰਦਾ, ਮੈਂ ਬਾਹਰ ਜਾਣਾ ਹੈ, ਮੈਂ ਬਾਹਰ ਜਾਣਾ ਹੈ। ਮੈਂ ਬਹੁਤਿਆਂ ਨੂੰ ਦੇਖਦਾ ਇੱਥੇ, ਮੈਂ ਇੱਥੇ ਜਾਣਾ ਹੈ ਜੀ, ਕੋਈ ਨਹੀਂ ਭਾਜੀ ਸਾਰਾ ਕੁਝ ਠੀਕ ਹੈ, ਚਲੋ ਕੋਈ ਨਹੀਂ, ਬਸ ਆਪਾਂ ਤਾਂ ਟਾਈਮ ਪਾਸ ਕਰਦੇ ਹਾਂ, ਜਾਣਾ ਤਾਂ ਬਾਹਰ। ਉਹ ਬਾਹਰ ਵੀ ਕਮਲਿਓ ਜਾਣ ਸਾਰ ਕਿਹੜਾ ਤੁਹਾਨੂੰ ਉਹਨਾਂ ਨੇ ਹੱਥਾਂ ਦੇ ਵਿੱਚ ਨੋਟ ਫੜਾ ਕੇ ਉੱਥੋਂ ਦੀ ਕੰਟਰੀ 'ਚੋਂ ਕੱਢਣਾ। ਠੀਕ ਹੈ, ਜੇ ਤੁਸੀਂ ਇੱਥੇ ਕਦੀ ਕੰਮ ਹੀ ਨਹੀਂ ਕੀਤਾ, ਤੁਹਾਨੂੰ ਪਤਾ ਹੀ ਨਹੀਂ ਪੈਸਾ ਕਿਵੇਂ ਕਮਾਉਣਾ ਪੈਂਦਾ ਹੈ, ਕਿਵੇਂ ਔਖਾ ਹੋਣਾ ਪੈਂਦਾ, ਤੇ ਬਾਹਰ ਤੁਹਾਡੇ ਲਈ ਮੈਂ ਦੱਸਦੇ ਹਾਂ ਬਹੁਤ ਔਖਾ ਹੋਣਾ। ਉੱਥੇ ਜਿਹੜੀ ਸਾਡੀ ਲਾਈਫ ਹੈ ਇਹਦੇ ਨਾਲੋਂ 100 ਗੁਣਾ ਜ਼ਿਆਦਾ ਔਖੀ ਲਾਈਫ ਹੈ। ਪੈਸਾ ਕਦੀ ਵੀ ਦੁਨੀਆ 'ਚ ਕਿਤੇ ਵੀ ਸੌਖਾ ਨਹੀਂ ਬਣਦਾ। ਉਹਦੇ ਲਈ ਤੁਹਾਨੂੰ ਆਪਣਾ ਸਰੀਰ ਦੇਣਾ ਪੈਂਦਾ, ਤੁਹਾਨੂੰ ਆਪਣਾ ਸਮਾਂ ਦੇਣਾ ਪੈਂਦਾ, ਠੀਕ ਹੈ, ਤੁਹਾਨੂੰ ਆਪਣੇ ਗੁਣ ਨੂੰ ਉੱਥੇ ਸਮਰਪਿਤ ਕਰਨਾ ਪੈਂਦਾ। ਸੋ ਜੇ 3 ਚੀਜ਼ਾਂ ਆਪਾਂ ਦਿੰਦੇ ਹਾਂ ਤਾਂ ਆਪਾਂ ਨੂੰ ਇੱਕ ਚੀਜ਼ ਮਿਲਦੀ ਹੈ, ਉਹ ਵੀ ਟੈਕਸ ਕੱਟ ਕੇ। ਸੋ ਮੈਨੂੰ ਲੱਗਦਾ ਦੁਨੀਆ 'ਚ ਜੇ ਪੈਸਾ ਕਮਾਉਣਾ ਸਭ ਤੋਂ ਸੌਖਾ, ਉਹ ਆਪਣੇ ਦੇਸ਼, ਆਪਣੀ ਬੋਲੀ ਜਿੱਥੇ ਆਪਣੇ ਲੋਕ ਹੋਣ, ਆਪਣੇ ਖਿੱਤੇ ਦੇ ਵਿੱਚ, ਉੱਥੇ ਜਿਹੜਾ ਬੰਦਾ ਪੈਸਾ ਨਹੀਂ ਕਮਾ ਸਕਦਾ ਉਹ ਦੁਨੀਆ 'ਚ ਕਿਤੇ ਵੀ ਫਿਰ ਪੈਸਾ ਨਹੀਂ ਕਮਾ ਸਕਦਾ। ਥੋੜ੍ਹਾ ਬਹੁਤਾ ਹੋ ਸਕਦਾ ਹੈ, ਪਰ ਪੈਸਾ ਕਮਾਉਣਾ ਜਾਂ ਮਤਲਬ ਇਹ ਕਹਿਣਾ ਕਿ ਸਾਡੇ ਦੇਸ਼ 'ਚ ਉਰੇ ਪੈਸਾ ਹੀ ਨਹੀਂ ਹੈ, ਇਹ ਬਿਲਕੁਲ ਗਲਤ ਗੱਲ ਹੈ। ਹੁਣ ਮੈਂ ਨਾ ਇੱਕ ਐਗਜ਼ਾਮਪਲ ਦੱਸਦਾ ਤੁਹਾਨੂੰ, ਹੈ ਤਾਂ ਆਪਣੀ ਵੀਡੀਓ ਲੰਬੀ ਹੋ ਰਹੀ ਹੈ, ਕਿ ਜਿਵੇਂ ਬਿਜਲੀ ਦਾ ਕੰਮ ਸੀ, ਅੱਜ ਤੋਂ 5-10 ਸਾਲ ਪਹਿਲਾਂ ਛੋਟੀ ਛੋਟੀ ਬਿਜਲੀ ਦੀ ਦੁਕਾਨਾਂ ਖੋਲ੍ਹਣੀਆਂ, ਦੀਵਾਲੀ ਵੇਲੇ ਲੜੀਆਂ ਬਾਰੇ ਪੁੱਛਣਾ ਵੀ ਲੜੀਆਂ ਲਾ ਦੇਣੀਆਂ ਉਹਨਾਂ ਨੇ, ਹੋਰ ਕੰਮ ਕਰ ਦੇਣੇ, ਰਾਈਟ। ਉਸ ਤੋਂ ਬਾਅਦ ਸਮਾਂ ਚੇਂਜ ਹੋਇਆ ਹੌਲੀ ਹੌਲੀ। ਅੱਜ ਦੇ ਟਾਈਮ ਦੇ ਵਿੱਚ ਨਾ ਤਾਂ ਬਿਜਲੀ ਵਾਲਾ ਆਪਾਂ ਨੂੰ ਕੋਈ ਲੱਭਦਾ, ਜੇ ਘਰੇ ਕੋਈ ਪ੍ਰੋਬਲਮ ਆ ਜਾਏ, ਨਵੇਂ ਮੁੰਡੇ ਨੇ 3-3 ਮਹੀਨੇ ਟ੍ਰੇਨਡ ਹੋ ਕੇ ਉਸਤਾਦਾਂ ਨਾਲ ਰਹਿ ਕੇ ਉਹ ਫਿਰ ਆਪਣਾ ਕੰਮ ਫੜ ਲੈਂਦੇ ਨੇ, ਪਰ ਕੰਮ ਉਹਨਾਂ ਤੋਂ ਪੂਰਾ ਨਹੀਂ ਛੱਡਦਾ। ਜਿਹੜੇ ਅਸਲੀ ਲੋਕ ਨੇ ਉਹ ਜੌਬਸ 'ਤੇ ਲੱਗ ਕੇ, ਠੇਕਿਆਂ 'ਤੇ ਕੰਮ ਲੈ ਗਏ, ਵੱਡੀਆਂ ਕੋਠੀਆਂ ਦਾ ਕੰਮ ਫੜਨ ਲੱਗ ਗਏ, ਫਿਟਿੰਗਾਂ ਦਾ, ਛੋਟੇ ਫੁਟਕਲ ਕੰਮਾਂ ਲਈ ਬੰਦਾ ਹੀ ਕੋਈ ਨਹੀਂ ਰਹਿ ਗਿਆ, ਜਾਂ ਬਾਹਰ ਲੰਘ ਗਏ ਜਾਂ ਕੁਛ ਰਹਿ ਗਿਆ। ਸੋ ਮੇਰਾ ਇਹ ਨਹੀਂ ਕਹਿੰਦਾ ਕਿ ਇੱਥੇ ਵੀ ਆਪਣੇ ਬੰਦਾ ਹੈ ਨਹੀਂ ਜਾਂ ਉਹਦੇ ਕੰਮ ਹੈ ਨਹੀਂ, ਮੈਂ ਕਹਿੰਦਾ ਡਿਮਾਂਡ ਇੰਨੀ ਹੈ, ਇਸ ਚੀਜ਼ ਦੀ ਡਿਮਾਂਡ ਇੰਨੀ ਜ਼ਿਆਦਾ ਹੈ, ਇਸ ਗੁਣ ਦੀ ਡਿਮਾਂਡ ਇੱਥੇ ਇੰਨੀ ਜ਼ਿਆਦਾ ਹੈ, ਲੋਕ ਪੈਸਾ ਦੇਣ ਨੂੰ ਤਿਆਰ ਬੈਠੇ ਨੇ। ਈਵਨ ਅਸੀਂ ਵੀ ਹਾਂ, ਅਸੀਂ ਫੋਨ ਮਾਰਦੇ ਹਾਂ, ਜਾਂ ਜੋ ਯਾਰ ਸਰਵਿਸ ਕਰ ਜੋ, ਜਾਂ ਬਿਜਲੀ ਦਾ ਕੰਮ ਹੈ ਮੇਰਾ ਉਹ ਕਰਵਾ ਦਿਓ, 4-4 ਵਾਰੀ ਫੋਨ ਕਰ, 4-4 ਵਾਰੀ ਛੱਡੋ, 15-15 ਦਿਨ ਹੋ ਜਾਂਦੇ ਨੇ, ਤੇ ਟਾਈਮ ਹੀ ਨਹੀਂ ਦਿੰਦੇ। 10 ਵੀ ਦੇਈਦਾ ਪੈਸਾ, ਇਵੇਂ ਉਹਨਾਂ ਦਾ ਵੀ ਐਡਵਾਂਸ ਖੜਿਆ ਰਹਿੰਦਾ, ਅੱਧਾ ਸਮਾਨ ਉਰੇ ਰੱਖ ਕੇ ਅੱਧਾ ਲਾਣ ਹੀ ਨਹੀਂ ਆਏ, ਹਨਾ। ਸੋ ਆਪਾਂ ਇੱਥੋਂ ਇਹ ਮਤਲਬ ਸਾਬਿਤ ਹੁੰਦਾ ਹੈ ਇਸ ਗੱਲ ਤੋਂ ਕਿ ਜਿਹੜਾ ਪੈਸਾ ਆ, ਪੈਸਾ ਕਮਾਉਣਾ ਕੋਈ ਔਖਾ ਨਹੀਂ ਹੈਗਾ, ਚਾਹੇ ਆਪਾਂ ਇੰਡੀਆ ਦੇ ਵਿੱਚ, ਪਰ ਹਾਂ ਸਾਨੂੰ ਜਜ਼ਬਾ ਹੋਣਾ ਚਾਹੀਦਾ ਪੈਸਾ ਕਮਾਉਣ ਦਾ, ਸਾਡੇ ਅੰਦਰ ਮਾਦਾ ਹੋਣਾ ਚਾਹੀਦਾ, ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਦੀ ਕੰਮ ਕਰਨਾ ਪਏਗਾ। ਤੇ ਸਾਧਨ ਇਹ ਤਾਂ ਹਜੇ ਮੈਂ ਇੱਕ ਦੋ ਦੱਸਦੇ ਨੇ, ਸਾਧਨ ਤਾਂ ਬੜੇ ਲੱਖਾਂ ਹੋ ਸਕਦੇ ਨੇ, ਜਿਹੜੇ ਇਸ ਚੀਜ਼ ਦੇ ਐਕਸਪਰਟ ਨੇ ਉਹ ਆਪਣੇ ਤੁਹਾਨੂੰ ਓਪੀਨੀਅਨ ਦੇ ਸਕਦੇ ਨੇ, ਪਰ ਸਾਡਾ ਇਹ ਛੋਟੇ ਜਿਹੇ ਇਹ ਵੀਡੀਓ ਬਣਾਉਣ ਦਾ ਸਿਰਫ ਇਹ ਮੰਤਵ ਸੀਗਾ ਕਿ ਮਹਿੰਗਾਈ ਹੈ ਜਿਹੜੀ ਉਹਨੂੰ ਆਪਾਂ ਨਹੀਂ ਰੋਕ ਸਕਦੇ, ਪਰ ਮਹਿੰਗਾਈ ਨੂੰ ਕਾਬੂ ਕਿਵੇਂ ਪਾ ਸਕਦੇ ਹਾਂ ਕਿ ਅਸੀਂ ਆਪਣੇ ਖਰਚੇ ਘਟਾ ਲਈਏ, ਆਪਣਾ ਚਲੋ ਜਿਹੜਾ ਰਹਿਣ ਦਾ ਮਿਆਰ ਹੈ ਜਿਹਨੂੰ ਸਟੈਂਡਰਡ ਕਹਿੰਦੇ ਨੇ ਉਹ ਤਾਂ ਨਹੀਂ ਆਪਾਂ ਡੇਗ ਸਕਦੇ, ਪਰ ਹਾਂ ਸਿਆਣੇ ਲੋਕ ਕਹਿੰਦੇ ਨੇ ਜਿਹੜੇ ਜਿਨ੍ਹਾਂ ਨੇ ਪੈਸਾ ਕਮਾਇਆ, ਮੈਂ ਉਹਨਾਂ ਦੇ ਕੋਲ ਬੈਠਿਆ, ਤੇ ਉਹਨਾਂ ਨੇ ਪਾਈ ਪੈਸੇ ਨੂੰ ਸੋਚ ਕੇ ਸਮਝ ਕੇ ਲਾਇਆ। ਸੋ ਜਦੋਂ ਛੋਟੇ ਪੈਸੇ ਨੂੰ ਸਮਝ ਕੇ ਲਾਇਆ ਜਾਂਦਾ ਹੈ ਤਾਂ ਉਹ ਪੈਸਾ ਬਚਦਾ ਵੀ ਹੈ ਤੇ ਚੰਗੀ ਜਗ੍ਹਾ ਲੱਗਦਾ ਹੈ, ਤੇ ਪੈਸੇ ਨੂੰ ਬਚਾਉਣਾ ਵੀ ਹੈ ਤੇ ਨਵੇਂ ਨੂੰ ਕਮਾਉਣਾ ਵੀ ਹੈ। ਇਹ ਜਦੋਂ ਦੋ ਟਾਇਰਾਂ ਤੇ ਜਦੋਂ ਇਹ ਚੀਜ਼ ਚੱਲੇਗੀ, ਤੁਸੀਂ ਇਹ ਦੋ ਪਾਏਦਾਨ ਨੇ, ਤੇ ਜਦੋਂ ਤੁਸੀਂ ਇਹਨਾਂ ਨੂੰ ਧਿਆਨ 'ਚ ਰੱਖ ਕੇ ਅੱਗੇ ਚੱਲੋਗੇ ਲਾਈਫ ਦੇ ਵਿੱਚ, ਤੇ ਨਾਲੇ ਲਾਈਫ ਬੈਲੈਂਸ ਰਹੂਗੀ ਤੇ ਨਾਲੇ ਆਪਾਂ ਨੂੰ ਕਿਸੇ ਵੀ ਨੈਗੇਟਿਵਿਟੀ ਦਾ ਸ਼ਿਕਾਰ ਨਹੀਂ ਹੋਣਾ ਪਏਗਾ। ਸੋ ਮੈਨੂੰ ਲੱਗਦਾ ਆਪਣੀ ਇਹ ਵੀਡੀਓ ਨੂੰ ਅੱਜ ਲਈ ਇਨਫ ਹੈ। ਤੁਸੀਂ ਜਾਂਦੇ ਆਪਣੇ ਕੋਈ ਵਿਊ ਦੇਣਾ ਚਾਹੁੰਦੇ ਹੋ ਤਾਂ ਦੇ ਦਿਓ, ਤੇ ਮੈਂ ਫਿਰ ਉਸ ਤੋਂ ਬਾਅਦ ਆਪਾਂ ਸਤਿ ਸ਼੍ਰੀ ਅਕਾਲ ਕਰੀਏ।
ਪੁੱਤਰ ਜੀ ਜੋ ਤੁਸੀਂ ਬੋਲਿਆ ਹੈ ਮੈਨੂੰ ਬਹੁਤ ਵਧੀਆ ਲੱਗਾ ਹੈ। ਤੇ ਮੇਰਾ ਵੀ ਇਹੋ ਹੀ ਹੈ ਨਾ ਵੀ ਕੰਮ ਜ਼ਰੂਰ ਕਰੋ, ਵਿਹਲੇ ਨਾ ਬੈਠੋ, ਸਮਾਂ ਨਾ ਬਰਬਾਦ ਕਰੋ, ਸਮੇਂ ਦਾ ਫਾਇਦਾ ਜ਼ਰੂਰ ਉਠਾਓ ਤੇ ਇਸ ਪੈਸੇ ਨੂੰ ਨਸ਼ੇ ਵੱਲ ਨਹੀਂ ਜਾਣਾ ਚਾਹੁੰਦਾ। ਨਸ਼ੇ ਦਾ ਤੇ ਮੈਂ ਹਰੇਕ ਵੀਡੀਓ ਦੇ ਵਿੱਚ ਹੀ ਹੋ ਸਕਦਾ ਮੈਂ ਇਹ ਗਲਤ ਜ਼ਰੂਰ ਕੰਮ ਕਰਾਂਗੀ। ਉਹ ਜੋ ਵੀ ਸ਼ਰਾਬ ਹੈ, ਜੋ ਵੀ ਗੰਦੇ ਨਸ਼ੇ ਸਾਡੇ ਦੇਸ਼ ਦੇ ਵਿੱਚ, ਮਾਵਾਂ ਦੇ ਪੁੱਤ ਨੇ, ਕਈਆਂ ਦਾ ਇੱਕ ਬੇਟਾ ਹੈ, ਕਈਆਂ ਦਾ 2 ਨੇ, ਕਈ ਦੁਨੀਆ ਤੋਂ ਉਹ ਬੱਚੇ ਜਿਹੜੇ ਨੇ ਚਲੇ ਵੀ ਗਏ ਨੇ ਤੇ ਮਾਵਾਂ ਦੇ ਘਰ ਜਿਹੜੇ ਹੈਗੇ ਨੇ ਵਿਚਾਰੀਆਂ ਦੀਆਂ ਸੁੰਨੇ ਹੋ ਗਏ ਨੇ। ਤੇ ਇਸ ਕਰਕੇ ਮੈਂ ਇਹ ਕਹਾਂਗੀ ਕਿ ਜੋ ਵੀ ਹੈ ਇਸ ਨਸ਼ੇ ਦਾ ਜ਼ਰੂਰ ਬਚਣ ਤੇ ਆਪਣੀਆਂ ਮਾਵਾਂ ਨੂੰ ਜੋ ਵੀ ਸਦਮਾ ਲੱਗਾ ਹੈ ਉਹ ਨਾ ਇੱਦਾਂ ਦਾ ਉਹ ਵਾਸਤੇ ਹੋਵੇ, ਨਾ ਹੋਵੇ, ਤੇ ਉਹ ਘਰ ਵਸਦੇ ਰਹਿਣ ਵਾਸਤੇ ਤੇ ਬਹੁਤ ਵੱਡੀ ਖੁਸ਼ੀ ਹੋਵੇਗੀ ਮੇਰੀ ਤੇ। ਸੋ ਦੋਸਤੋ, ਤੁਹਾਨੂੰ ਅੱਜ ਦਾ ਸਾਡਾ ਟੌਪਿਕ ਤੇ ਸਾਡੀ ਡਿਸਕਸ਼ਨ ਮਾਂ ਪੁੱਤ ਦੀ ਕਿਵੇਂ ਲੱਗੀ ਜ਼ਰੂਰ ਆਪਣੇ ਕਮੈਂਟਸ ਰਾਹੀਂ ਦੱਸਣਾ। ਤੇ ਅੱਜ ਸਾਡਾ ਚੈਨਲ ਨਵਾਂ ਆ, ਤੁਸੀਂ ਇਹਨਾਂ ਨੂੰ ਪਲੀਜ਼ ਇਹਨੂੰ ਸਬਸਕ੍ਰਾਈਬ ਕਰਵਾਓ ਤੇ ਕਰੋ, ਤੇ ਵੀਡੀਓ ਜੇ ਅੱਛੀ ਲੱਗਦੀ ਹੈ ਫੇਰ ਲਾਈਕ ਕਰੋ, ਅਦਰਵਾਈਜ਼ ਆਪਣੇ ਸੁਜੈਸ਼ਨਸ ਜ਼ਰੂਰ ਦਿਓ। ਤੇ ਥੈਂਕ ਯੂ ਸੋ ਮਚ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਨਵੀਂ ਵੀਡੀਓ ਦੇ ਨਾਲ ਤੁਹਾਨੂੰ ਫੇਰ ਬਹੁਤ ਛੇਤੀ ਮਿਲਾਂਗੇ, ਉਦੋਂ ਤੱਕ ਲਈ ਤੁਸੀਂ ਆਪਣੇ ਸਾਰਿਆਂ ਨੇ ਆਪਣਾ ਧਿਆਨ ਰੱਖਣਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਓਕੇ ਜੀ, ਓਕੇ।